ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਗੂੰਜਾ ਸਿੱਖ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਹਫ਼ਤੇ ਦੇ ਵਿੱਚ ਜਿਹੜੇ ਵੀ ਕਾਰਜ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ ਕੰਮ ਕੀਤੇ ਗਏ ਪੂਰੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ ਜਿਸ ਦਾ ਨਾਮ ਹੈ ਗੂੰਜਾ ਸਿੱਖ ਦੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ ਇਹ ਲੜਾਈ ਲਗਾਤਾਰ ਲੜੀ ਜਾ ਰਹੀ ਹੈ। ਇਸੇ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਹਰਪ੍ਰੀਤ ਸਿੰਘ ਬੰਦਿਸ਼ਾ ਨੇ। 1984 ਜਦੋਂ ਇਹ ਨਾਂ ਲਈਦਾ ਹੈ ਤੇ ਉਹ ਕਾਲਾ ਦਿਨ ਯਾਦ ਆਉਂਦਾ ਹੈ ਜਦੋਂ ਦਿੱਲੀ ਤੇ ਦੇਸ਼ ਦੀਆਂ ਸੜਕਾਂ ਦੇ ਉੱਤੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਇਹ ਕਿਹਾ ਗਿਆ ਕਿ ਇਹ ਦੰਗਾ ਸੀ, ਲੇਕਿਨ ਇਹ ਦੰਗਾ ਨਹੀਂ ਸੀ, ਇਹ ਸਰਕਾਰ ਸਪਾਂਸਰਡ ਇੱਕ ਕਤਲੇਆਮ ਸੀ। ਆ ਮੇਰੇ ਪਿੱਛੇ ਜਿਹੜੇ ਤੁਸੀਂ ਨਾਮ ਦੇਖ ਰਹੇ ਹੋ ਇਹ ਉਹ ਨਾਮ ਨੇ ਜਿਨ੍ਹਾਂ ਲੋਕਾਂ ਨੂੰ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ, ਘਰਾਂ ਚੋਂ ਕੱਢ ਕੇ, ਸੜਕਾਂ ਤੇ ਟ੍ਰੇਨਾਂ ਚੋਂ ਕੱਢ ਕੇ। ਇਹ ਸੱਚ ਦੀ ਕੰਧ ਜੋ ਕਿ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬਣਾਈ ਗਈ, ਮੈਂ ਉੱਥੇ ਮੌਜੂਦ ਹਾਂ। ਆਹ ਸਭ ਉਹ ਲੋਕ ਜਿਹੜੇ ਲੋਕ ਆਪ ਜਿਨ੍ਹਾਂ ਨੇ 84 ਹੰਡਾਈ, 84 ਦੇ ਮੁਕੱਦਮੇ ਲੜ ਰਹੇ ਨੇ, 84 ਦੀ ਪੈਰਵੀ ਕਰ ਰਹੇ ਨੇ, ਲੇਕਿਨ ਅਜੇ ਤੱਕ ਇਨਸਾਫ ਨਹੀਂ ਮਿਲਿਆ। ਜਗਦੀਪ ਸਿੰਘ ਕਾਲੋ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਨੇ। ਇਹਨਾਂ ਤੋਂ ਸ਼ੁਰੂਆਤ ਕਰਦੇ ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਹਾਲਾਤ ਕੀ ਨੇ 84 ਪੀੜਤਾਂ ਦੇ ਤੇ 84 ਦੇ ਕੇਸਾਂ ਦੇ। ਕਾਲੋ ਸਾਹਿਬ, ਜਦੋਂ ਆਪਾਂ ਇਹ ਗੱਲ ਕਰਦੇ ਹਾਂ ਤੇ ਦਿਲ ਵਲੂੰਦਰਦਾ ਹੈ, ਉਹ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਜੋ ਉਹਨਾਂ ਲੋਕਾਂ ਨਾਲ ਬੀਤਿਆ। ਕੇਸ ਚੱਲ ਰਹੇ ਨੇ, ਤੁਸੀਂ ਲੋਕ ਲੜਾਈ ਇਹ ਲੜ ਰਹੇ ਹੋ, ਕੀ ਸਟੇਟਸ ਅੱਜ ਦੀ ਤਰੀਕ? ਦੇਖੋ, ਇਹ ਬਹੁਤ ਹੀ ਮੈਂ ਸਮਝਦਾ ਐਸਾ ਭਿਆਨਕ ਦਿਨ ਸੀ ਜਿਹੜੇ 31 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ, ਕਿ ਜਦੋਂ ਹਰ ਸਾਲ ਇਹ ਦਿਨ ਆਉਂਦੇ ਆ ਤੇ ਐਵੇਂ ਲੱਗਦਾ ਹੈ ਕਿ ਉਹ ਜਿਹੜੀਆਂ ਯਾਦਾਂ ਤਾਜ਼ਾ ਹੁੰਦੀਆਂ ਹੈ, ਜੋ ਸਾਡੇ ਭਰਾਵਾਂ ਦੇ ਨਾਲ, ਸਾਡੇ ਵੀਰਾਂ ਦੇ ਨਾਲ, ਬੱਚਿਆਂ ਦੇ ਨਾਲ, ਬੱਚੀਆਂ ਦੇ ਨਾਲ ਜਿਸ ਤਰੀਕੇ ਦੇ ਨਾਲ ਜ਼ੁਲਮ ਢਾਏ ਗਏ, ਜਿੰਦਾ ਸਾੜੇ ਗਏ, ਟਾਇਰ ਗਲਾਂ ਦੇ ਵਿੱਚ ਪਾਏ ਗਏ, ਭੈਣਾਂ ਦੀ, ਬੀਬੀਆਂ ਦੀ ਪੱਤ ਲੁੱਟੀ ਗਈ, ਉਹ ਸਿੱਖ ਇਤਿਹਾਸ ਦੇ ਵਿੱਚ ਮੈਂ ਸਮਝਦਾ ਬਹੁਤ ਸਾਰੇ ਪਹਿਲਾਂ ਵੀ ਜ਼ੁਲਮ ਹੋਏ, ਲੇਕਿਨ ਇਹ ਸ਼ਰੇਆਮ ਨੰਗਾ ਨਾਚ ਜਿਹੜਾ ਦਿੱਲੀ ਦੀਆਂ ਸੜਕਾਂ ਦੇ ਉੱਤੇ 3 ਦਿਨ ਲਗਾਤਾਰ ਚੱਲਦਾ ਰਿਹਾ ਔਰ ਸਰਕਾਰ ਇੱਕ ਮੂਖ ਦਰਸ਼ਕ ਬਣ ਕੇ ਦੇਖਦੀ ਰਹੀ। ਪੁਲਿਸ ਜਿਹੜੇ ਦੰਗਾ ਕਰ ਰਹੇ ਸਨ ਉਹਨਾਂ ਨੂੰ ਸਪੋਰਟ ਕਰਦੀ ਰਹੀ, ਕਿਉਂਕਿ ਸਾਰਾ ਕੁਝ ਜਿਹੜਾ ਪੁਲਿਸ ਦਾ ਸਪਾਂਸਰ ਸੀ। ਪੁਲਿਸ ਨੇ ਉਹਨਾਂ ਨੂੰ ਪਾਊਡਰ ਜਿਹੜਾ ਸੀ ਉਹ ਪ੍ਰੋਵਾਈਡ ਕੀਤਾ, ਲਾਠੀਆਂ ਦਿੱਤੀਆਂ, ਸਰੀਏ ਦਿੱਤੇ, ਇਹ ਸਾਰਾ ਪੁਲਿਸ ਨੇ ਨਾਲ ਸਪੋਰਟ ਕੀਤੀ ਔਰ ਇੰਨੇ ਵੱਡਾ ਕਤਲੇਆਮ ਹੋਇਆ ਦਿੱਲੀ ਦੇ ਵਿੱਚ। ਹਰ ਇਲਾਕੇ ਦੇ ਵਿੱਚ ਦਿੱਲੀ ਦੇ ਕੋਈ ਐਸੀ ਜਗ੍ਹਾ ਨਹੀਂ ਬਚੀ ਜਿੱਥੇ ਕਤਲੇਆਮ ਨਾ ਹੋਇਆ ਹੋਵੇ। ਬਹੁਤ ਹੀ ਦਿਲ ਨੂੰ ਹਿਲਾਉਣ ਵਾਲਾ ਇਹ ਸਾਕਾ ਹੈ ਔਰ ਹਰ ਸਾਲ ਜਦੋਂ ਇਹ ਦਿਨ ਆਉਂਦਾ ਹੈ ਤੇ ਬੜਾ ਦਰਦ ਲੱਗਦਾ ਹੈ ਉਸ ਸਮੇਂ। ਸੋ ਅੱਜ ਵੀ ਹੁਣ ਅਸੀਂ ਉਸ ਜਗ੍ਹਾ ਦੇ ਉੱਤੇ ਖੜ੍ਹੇ ਹਾਂ, ਗੁਰਦੁਆਰਾ ਰਕਾਬਗੰਜ ਸਾਹਿਬ, ਜਿੱਥੇ ਸ਼ਹੀਦਾਂ ਦੀ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਕੇ ਸੱਚ ਦੀ ਕੰਧ, ਜਿਹੜੀ ਸੱਚ ਦੀ ਦੀਵਾਰ ਜਿਹੜੀ ਆ, ਇਹ ਬਣਾਇਆ ਹੈ। ਸੋ ਇੱਥੇ ਆ ਕੇ ਜਿੰਨੇ ਵੀ ਇਹ ਸ਼ਹੀਦ ਹੋਏ ਆ, ਬੱਚੇ ਬੱਚੀਆਂ ਸਿੰਘ, ਉਹਨਾਂ ਸਾਰਿਆਂ ਦੇ ਨਾਮ ਲਿਖੇ ਆ। ਸੋ ਉਹਨਾਂ ਨੂੰ ਅਸੀਂ ਸਿਰਜਾ ਕਰਦੇ ਹਾਂ ਕਿ ਇਹਨਾਂ ਨੇ ਇੰਨੀ ਵੱਡੀ ਇਹ ਕੁਰਬਾਨੀ ਦਿੱਤੀ ਆ। ਲੇਕਿਨ ਅੱਜ ਇੱਕ ਗੱਲ ਮੈਂ ਇਸ ਤੋਂ ਪਹਿਲਾਂ ਕਿ ਆਪਾਂ ਲੀਗਲ ਦੂਸਰੀ ਗੱਲ ਕਰੀਏ, ਮੈਨੂੰ ਇਸ ਗੱਲ ਦਾ ਵੀ ਅੱਜ ਇਸ ਗੱਲ ਦਾ ਵੀ ਦੁੱਖ ਹੈ ਕਿ ਕਾਂਗਰਸ ਸਰਕਾਰ ਨੇ ਜੋ ਕੁਝ ਕੀਤਾ। ਰਾਜੀਵ ਗਾਂਧੀ ਨੇ ਇਹ ਕਿਹਾ ਕਿ ਜਦੋਂ ਕੋਈ ਬੜਾ ਦਰਖਤ ਗਿਰਦਾ ਹੈ ਤੇ ਧਰਤੀ ਹਿਲਦੀ ਆ। ਇਹ ਹੋਰ ਜਿਹੜੇ ਜ਼ਖਮ ਸੀ ਉਹ ਜ਼ਖਮਾਂ ਦੇ ਉੱਤੇ ਹੋਰ ਨਮਕ ਛਿੜਕਿਆ ਗਿਆ। ਇਸ ਤੋਂ ਬਾਅਦ ਹੁਣ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆਉਂਦੀ ਹੈ ਕਿ ਕਾਂਗਰਸ ਨੇ ਆਪਣਾ ਇੱਕ ਨਵਾਂ ਪ੍ਰਧਾਨ ਚੁਣਿਆ, ਖੜਗੇ। ਉਸ ਦੀ ਜਦ ਤਾਸ਼ਪੋਸ਼ੀ ਹੋਣੀ ਸੀ ਤੇ ਉਸ ਵੇਲੇ ਜਗਦੀਸ਼ ਟਾਈਟਲ ਨੂੰ ਉੱਥੇ ਮੁੱਖ ਮਹਿਮਾਨ ਬਣਾਇਆ ਗਿਆ। ਇਹ ਬੜੇ ਦੁੱਖ ਦੀ ਗੱਲ ਹੈ ਕਿ ਉਹ ਬੰਦਾ ਜਿਹੜਾ ਜਿਹੜੇ ਦੰਗਾਈ ਸੀ ਉਹਨਾਂ ਦੀ ਅਗਵਾਈ ਕਰ ਰਿਹਾ ਸੀ, ਉਹਨਾਂ ਨੂੰ ਲੀਡ ਕਰ ਰਿਹਾ ਸੀ, ਔਰ ਅੱਜ 38 ਸਾਲਾਂ ਬਾਅਦ ਫਿਰ ਹਰ ਵਾਰੀ ਕਦੀ ਉਹਨੂੰ ਟਿਕਟਾਂ ਦੇ ਨਾਲ ਨਵਾਜਦੇ ਆ, ਫਿਰ ਸਿੱਖ ਪ੍ਰੋਟੈਸਟ ਕਰਦੇ ਤੇ ਉਹਦੀ ਟਿਕਟ ਕੱਟੀ ਜਾਂਦੀ ਆ। ਇਸ ਤਰ੍ਹਾਂ ਦੀ ਇਹ ਬਾਰ-ਬਾਰ ਕਾਂਗਰਸ ਵੱਲੋਂ ਇਹ ਹਰਕਤਾਂ ਕੀਤੀਆਂ ਜਾਂਦੀਆਂ। ਮਤਲਬ 38 ਸਾਲਾਂ ਬਾਅਦ ਵੀ ਉਹ ਨਮਕ ਜਿਹੜਾ ਹੈ ਸਿੱਖਾਂ ਦੇ ਜ਼ਖਮਾਂ ਦੇ ਉੱਤੇ, ਕਿਉਂਕਿ ਹੁਣ ਇਹ ਫਿਰ ਵਰ੍ਹੇਗੰਢ ਆਣੀ ਸੀ ਤੇ ਉਸ ਵੇਲੇ ਇਹਨਾਂ ਨੇ ਫਿਰ ਨਮਕ ਛਿੜਕਣ ਦੀ ਗੱਲ ਕੀਤੀ। ਜਿੱਥੋਂ ਤੱਕ ਕੇਸਾਂ ਦਾ ਸਵਾਲ ਹੈ, ਕੇਸ ਕਿਉਂਕਿ ਬਹੁਤ ਸਾਰੇ ਕਾਂਗਰਸ ਸਰਕਾਰ ਉਸ ਤੋਂ ਬਾਅਦ ਲਗਾਤਾਰ ਪਾਵਰ ਦੇ ਵਿੱਚ ਰਹੀ, ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਉਸ ਤੋਂ ਬਾਅਦ ਲਗਾਤਾਰ ਰਹੀ।
ਤੇ ਇਹਨਾਂ ਨੇ ਹਰ ਕੋਸ਼ਿਸ਼ ਕੀਤੀ ਕਿ ਜਿਹੜੇ ਵੱਡੇ ਮਗਰਮੱਛ ਸੀ ਉਹਨਾਂ ਦੀ ਸਾਰੇ ਸਬੂਤ ਮਿਟਾ ਦਿੱਤੇ ਜਾਣ, ਫਾਈਲਾਂ ਮਿਟਾ ਦਿੱਤੀਆਂ ਜਾਣ, ਜੋ ਗਵਾਹ ਸੀ ਗਵਾਹ ਨੂੰ ਡਰਾਇਆ ਧਮਕਾਇਆ ਗਿਆ, ਜੋ ਐਫੀਡੇਵਿਟ ਫਾਈਲ ਕੀਤੇ ਸਨ ਉਹ ਫਾਈਲਾਂ ਹੀ ਗੁੰਮ ਕਰ ਦਿੱਤੀਆਂ। ਸੋ ਜੋ ਇਹ ਜਿੰਨਾ ਆਪਣੇ ਕਾਂਗਰਸੀਆਂ ਨੂੰ ਬਚਾ ਸਕਦੇ ਸੀ ਇਹਨਾਂ ਨੇ ਕੋਸ਼ਿਸ਼ ਕੀਤੀ ਬਚਾਉਣ ਦੀ। ਲੇਕਿਨ 2013 ਤੋਂ ਬਾਅਦ ਜਿਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਬਣੀ, ਉਸ ਤੋਂ ਬਾਅਦ 2014 ਦੇ ਵਿੱਚ ਸੈਂਟਰ ਦੇ ਵਿੱਚ ਵੀ ਮੋਦੀ ਸਾਹਿਬ ਦੀ ਸਰਕਾਰ ਆਈ ਤੇ ਲਗਾਤਾਰ ਉਸ ਵੇਲੇ ਜੋ ਕੋਸ਼ਿਸ਼ਾਂ ਕਮੇਟੀ ਵੱਲੋਂ ਹੋਈਆਂ ਤੇ 2017 ਤੋਂ ਬਾਅਦ ਲਗਾਤਾਰ ਉਸ ਦੇ ਰਿਜ਼ਲਟ ਆਣੇ ਸ਼ੁਰੂ ਹੋਏ, ਜਿਹਦੇ ਵਿੱਚ ਸੱਜਣ ਕੁਮਾਰ ਨੂੰ ਸਜ਼ਾ ਹੋਈ, ਉਮਰ ਕੈਦ ਹੋਈ। ਇੱਕ ਦਿੱਲੀ ਕੈਂਟ ਦਾ ਜਿਹੜਾ ਮੁਕੱਦਮਾ ਸੀ ਰਾਜਨਗਰ ਦਾ, ਜਿਹਦੇ 'ਚ ਨਰੇਸ਼ ਸ਼ਰਾਵਤ ਤੇ ਉਹਦੇ ਨਾਲ ਮਾਈਪਾਲਪੁਰ ਦਾ ਕੇਸ ਸੀ, ਉਸ ਨੂੰ ਇੱਕ ਨੂੰ ਮੌਤ ਦੀ ਸਜ਼ਾ, ਫਾਂਸੀ ਦੀ ਸਜ਼ਾ, ਇੱਕ ਨੂੰ ਉਮਰ ਕੈਦ ਹੋਈ। ਉਸ ਤੋਂ ਇਲਾਵਾ ਜਗਦੀਸ਼ ਟਾਈਟਲ ਦੀ ਜਿਹੜੇ ਕੇਸ ਜਿਹੜਾ CBI ਨੇ ਕਲੋਜ਼ ਕਰ ਦਿੱਤਾ ਸੀ ਉਹ ਦੁਬਾਰਾ ਰੀਓਪਨ ਕੀਤਾ ਗਿਆ। ਉਸ ਤੋਂ ਇਲਾਵਾ ਜਮਨਾ ਪਾਰ ਦੇ ਜਿਹੜੇ ਕੇਸ ਸੀ ਉਹ ਰੀਓਪਨ ਹੋਏ, ਉਹਨਾਂ ਦੀ ਵੀ ਹੁਣ ਟ੍ਰਾਇਲ ਚੱਲ ਰਹੀ ਆ। ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਲਗਾਤਾਰ ਸਾਡੀ ਕਮੇਟੀ ਨੇ ਜਿਹੜਾ ਪਰਸਿਊ ਕੀਤੇ ਕੇਸ, ਲੀਗਲ ਜਿੰਨੇ ਸਾਡੇ ਕੋਲ ਡਾਕੂਮੈਂਟ ਇਕੱਠੇ ਹੋ ਸਕੇ, ਜਿਹੜੇ ਅਸੀਂ RTIਆਂ ਪਾ ਕੇ ਇਕੱਠੇ ਕਰ ਸਕੇ, ਉਹ ਕਰਕੇ ਲਗਾਤਾਰ ਅਸੀਂ ਉਹਨਾਂ ਦੀਆਂ ਪੈਰਵਾਈਆਂ ਕਰ ਰਹੇ ਹਾਂ। ਸਭ ਤੋਂ ਵੱਡੇ ਕਿਉਂਕਿ ਕੁਝ ਤੇ ਜਿਹੜੇ ਰੱਬ ਨੂੰ ਪਿਆਰੇ ਹੋ ਗਏ, ਜਿਹੜੇ ਜਿਵੇਂ ਉਹ ਧਰਮਦਾਸ ਸ਼ਾਸਤਰੀ ਸੀ, ਚਾਹੇ HKL ਭਗਤ ਸੀ, ਲੇਕਿਨ ਜਿਹੜੇ ਬਾਕੀ ਵੱਡੇ ਮਗਰਮੱਛ ਸੀ ਜਿਨ੍ਹਾਂ ਦੇ ਵਿੱਚ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਔਰ ਕਮਲਨਾਥ, ਸੋ ਕਮਲਨਾਥ ਦੀ ਵੀ ਅਸੀਂ ਹੁਣ ਜਿਹੜੀ ਦੁਬਾਰਾ ਇੱਕ ਫਰੈਸ਼ ਜਿਹੜੀ ਰਿਟ ਪਾਈ ਹੋਈ ਆ ਉਹਦੇ 'ਚ ਵੀ ਨੋਟਿਸ ਹੋਇਆ। ਸੋ ਇਹ ਸਾਰੀ ਲੀਗਲ ਕਾਰਵਾਈ ਸਾਡੀ ਚੱਲ ਰਹੀ ਹੈ। ਜਮਨਾ ਪਾਰ ਦਾ ਇੱਕ ਕੇਸ ਹੈ ਜਿਹਦੇ ਵਿੱਚ 12 ਦੋਸ਼ੀ ਸਨ, ਇੱਕ ਪਰਿਵਾਰ ਦੇ, ਜਿਹਦੇ ਵਿੱਚ 7 ਜੀ ਕਤਲ ਕਰ ਦਿੱਤੇ ਗਏ ਸਨ, ਇੱਕ ਬੱਚਾ ਸੀ 13 ਸਾਲ ਦਾ ਜਿਹੜਾ ਬਚਿਆ ਸੀ। ਸੋ ਉਹ ਕੇਸ ਵੀ ਅਸੀਂ ਪਰਸਿਊ ਕੀਤਾ, ਉਹਦੇ 'ਚ ਵੀ 4 ਸ਼ੀਟ ਫਾਈਲ ਹੋ ਗਈ, ਚਾਰਜ ਫਰੇਮ ਹੋ ਗਏ ਆ, ਜਿਹਦੇ 'ਚੋਂ 4 ਜਿਹੜੇ ਉਹ ਪਹਿਲਾਂ ਹੀ ਮਰ ਚੁੱਕੇ ਆ, ਬਾਕੀ 8 ਦੇ ਖਿਲਾਫ ਜਿਹੜਾ ਕੇਸ ਪੈਰਵਾਈ ਚੱਲ ਰਹੀ ਹੈ। ਸੱਜਣ ਕੁਮਾਰ ਦਾ ਇੱਕ ਹੋਰ ਕੇਸ ਹੈ ਸੁਲਤਾਨਪੁਰੀ ਦਾ, ਉਹਦੀ ਵੀ ਲਗਾਤਾਰ ਗਵਾਹੀ ਹੋ ਰਹੀ ਹੈ, ਉਸ ਦਾ ਵੀ ਫੈਸਲਾ ਮੈਨੂੰ ਲੱਗਦਾ ਕਿ ਅਗਲੇ 1-2 ਮਹੀਨਿਆਂ ਦੇ ਵਿੱਚ ਆ ਜਾਏਗਾ ਔਰ ਉਹਦੇ 'ਚ ਵੀ ਉਹਨੂੰ ਸਖਤ ਸਜ਼ਾ ਹੋਏਗੀ। ਜਿਸ ਤਰੀਕੇ ਦੇ ਨਾਲ ਸਾਡੀਆਂ ਭੈਣਾਂ ਜਿਨ੍ਹਾਂ ਨੇ ਗਵਾਹੀ ਦਿੱਤੀ, ਸਾਡੇ ਵੀਰਾਂ ਨੇ, ਜਿਹੜੇ ਉਸ ਸਮੇਂ ਆਪ ਮੌਜੂਦ ਸਨ, ਜਿਨ੍ਹਾਂ ਦੇ ਸਾਹਮਣੇ ਜਿਨ੍ਹਾਂ ਦੇ ਬੱਚੇ ਕਤਲ ਕਰ ਦਿੱਤੇ ਗਏ, ਉਹਨਾਂ ਦੇ ਸਾਹਮਣੇ ਉਹਨਾਂ ਦੇ ਪਤੀ ਨੂੰ ਕਤਲ ਕਰ ਦਿੱਤਾ ਗਿਆ, ਸੋ ਉਹਨਾਂ ਨੇ ਆਪਣੀ ਹੱਡਬੀਤੀ ਕੋਰਟ ਨੂੰ ਸੁਣਾਈ ਹੈ। ਤੁਸੀਂ ਆਪਣੀ ਕੋਈ ਯਾਦ ਇਹੋ ਜਿਹੀ ਸਾਂਝੀ ਕਰ ਸਕਦੇ ਹੋ ਉਸ ਵੇਲੇ ਦੀ? ਤੁਸੀਂ ਆਪਣਾ ਕੋਈ ਇਹੋ ਜਿਹਾ ਵਾਕਿਆ ਦਰਸ਼ਕਾਂ ਨੂੰ ਦੱਸ ਸਕਦੇ ਹੋ ਕਿ ਮੈਂ ਉਸ ਵੇਲੇ ਇੱਥੇ ਸੀ ਤੇ ਆਹ ਤੇ ਮੈਂ ਅੱਖੀਂ ਦੇਖਿਆ? ਦੇਖੋ, ਅਸੀਂ ਉਸ ਸਮੇਂ ਦਿੱਲੀ ਕੈਂਟ ਰਹਿੰਦੇ ਸੀ, ਲੇਕਿਨ ਕਿਉਂਕਿ ਮਾਹੌਲ ਇੱਕਦਮ ਇਸ ਤਰੀਕੇ ਦਾ ਬਣ ਗਿਆ ਸੀ, ਸਾਨੂੰ ਜਦੋਂ ਲੱਗਿਆ ਕਿ ਸਭ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਕਤਲੇਆਮ ਹੋ ਰਿਹਾ ਸਿੱਖਾਂ ਦਾ, ਤੇ ਕਿਉਂਕਿ ਅਜੇ ਉਮਰ ਵੀ ਉਸ ਸਮੇਂ ਜ਼ਿਆਦਾ ਨਹੀਂ ਸੀ, ਤੇ ਸਾਨੂੰ ਜੋ ਸਾਡੇ ਪੇਰੈਂਟਸ ਸੀ ਘਰ ਵਾਲੇ, ਉਹਨਾਂ ਨੇ ਕਿਹਾ ਕਿ ਵੀ ਤੁਸੀਂ ਬਾਹਰ ਨਹੀਂ ਜਾਣਾ। ਹਾਲਾਂਕਿ ਅਸੀਂ ਅੰਦਰ ਹੀ ਰਹੇ ਦਿੱਲੀ ਕੈਂਟ ਦੇ ਵਿੱਚ, ਪਰ ਜੋ ਦਿੱਲੀ ਕੈਂਟ ਦੇ ਵਿੱਚ ਵੀ ਅਸੀਂ ਬਾਅਦ ਦੇ ਵਿੱਚ ਜਾ ਕੇ ਦੇਖਿਆ ਉਹ ਵੀ ਦਿਲ ਹਲੂਣ ਵਾਲਾ ਵਾਕਿਆ ਸੀ। ਜਿਸ ਤਰੀਕੇ ਦੇ ਨਾਲ ਟਾਇਰ ਜਿਹੜੇ ਆ ਉਹ ਸੜੇ ਪਏ ਸੀ, ਬਹੁਤ ਸਾਰੇ ਜਿਹੜੇ ਕੱਪੜੇ ਸੀ, ਕੇਸ ਸੀ ਜਿਹੜੇ ਉਹ ਇਸ ਤਰ੍ਹਾਂ ਸੜਕਾਂ ਦੇ ਉੱਤੇ ਪਏ ਹੋਏ ਸੀ। ਸੋ ਬਹੁਤ ਵੱਡਾ ਇਹ ਉਸ ਸਮੇਂ ਦਾ ਜਿਹੜਾ ਕਤਲੇਆਮ ਸੀ, ਬਹੁਤ ਵੱਡਾ ਜ਼ੁਲਮ ਸੀ ਮੈਂ ਸਮਝਦਾ ਸਿੱਖਾਂ ਦੇ ਉੱਤੇ, ਜੋ ਕਾਂਗਰਸ ਸਰਕਾਰ ਵੱਲੋਂ ਰਾਜੀਵ ਗਾਂਧੀ ਉਸ ਸਮੇਂ ਜਿਹੜਾ ਪ੍ਰਧਾਨ ਮੰਤਰੀ ਸੀ, ਉਸਨੇ ਜੋ ਇਹ ਸਾਰਾ ਕੁਝ ਕੀਤਾ, ਇਹ ਕਦੀ ਵੀ ਭੁੱਲਣਯੋਗ ਨਹੀਂ ਹੈ ਔਰ ਇਹ ਕਦੀ ਵੀ ਮਾफ़ ਕਰਨਯੋਗ ਨਹੀਂ ਹੈ। ਮੈਂ ਹੈਰਾਨ ਹੈ ਕਿ ਸਾਡੇ ਸਿੱਖ ਪੰਜਾਬ ਦੇ ਖਾਸ ਕਰਕੇ ਜੇ ਮੈਂ ਗੱਲ ਕਰਾਂ ਤੇ ਉਹ ਫਿਰ ਵੀ ਅੱਜ ਪਤਾ ਨਹੀਂ ਕੀ ਸੋਚ ਕੇ ਕਾਂਗਰਸ ਨੂੰ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਉਂਦੇ ਆ। ਇਹ ਸਿੱਖਾਂ ਨੂੰ ਸਬਕ ਲੈਣਾ ਚਾਹੀਦਾ ਕਿ ਇੰਨੀ ਵੱਡੀ, ਜਦੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਉਦੋਂ ਵੀ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਜਦੋਂ ਮੁਗਲਾਂ ਤੋਂ ਆਜ਼ਾਦ ਕਰਾਉਣਾ ਸੀ ਉਦੋਂ ਵੀ ਗੁਰੂਆਂ ਨੇ ਵੀ ਆਪਣੀਆਂ ਸ਼ਹਾਦਤਾਂ ਦਿੱਤੀਆਂ, ਲੇਕਿਨ ਇਹਦੇ ਤੇ ਇੰਨਾ ਵੱਡਾ ਜ਼ੁਲਮ ਕੀਤਾ ਗਿਆ। 10,000 ਤੋਂ ਵੱਧ ਦਿੱਲੀ ਦੇ ਵਿੱਚ ਕਤਲੇਆਮ ਹੋਇਆ, ਕਾਨਪੁਰ ਕਤਲੇਆਮ ਹੋਇਆ, ਬਿਕਾਰੋ ਦੇ ਵਿੱਚ ਕਤਲੇਆਮ ਹੋਇਆ, ਟਾਟਾ ਨਗਰ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਅੱਜ ਸਾਨੂੰ ਸਿੱਖਣ ਦੀ ਲੋੜ ਹੈ ਕਿ ਐਸੀ ਪਾਰਟੀ ਨੂੰ ਮੂੰਹ ਹੀ ਨਹੀਂ ਲਾਉਣਾ ਚਾਹੀਦਾ ਜਿਸ ਨੇ ਸਿੱਖਾਂ ਦਾ ਇੰਨਾ ਵੱਡਾ ਘਾਣ ਕੀਤਾ ਹੋਵੇ। ਇੱਥੇ ਹੀ ਬਸ ਨਹੀਂ, ਜੇ 1984 ਦੀ ਗੱਲ ਕਰੀਏ ਤੇ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਸਥਾਨ ਅਕਾਲ ਤਖਤ ਸਾਹਿਬ, ਜਿੱਥੇ ਸਿੱਖਾਂ ਦਾ ਹਰ ਸਿੱਖ ਦਾ ਜਿਹੜਾ ਸਿਰ ਝੁਕਦਾ ਹੈ, ਉਸ ਸਥਾਨ ਨੂੰ ਢਹਿ ਢੇਰੀ ਕੀਤਾ ਹੋਵੇ ਇਸ ਸਰਕਾਰ ਨੇ, ਤੇ ਅੱਜ ਫਿਰ ਉਸ ਦੇ ਪਿੱਠ ਲੱਗੂ ਬਣੇ ਹੋਏ ਆ। ਸੋ ਇਹ ਸਿੱਖਾਂ ਨੂੰ ਸਬਕ ਲੈਣ ਦੀ ਲੋੜ ਹੈ। ਆਪਾਂ ਆਪਣੀ ਕੌਮ ਦੀ ਗੱਲ ਕਰੀਏ, ਆਪਣੇ ਕੌਮ ਦੀ ਬਾਂਹ ਫੜੀਏ, ਉਹ ਤਾਂ ਹੀ ਸੰਭਵ ਹੈ
ਜਦੋਂ ਅਸੀਂ ਇਹੋ ਜੀ ਕਾਤਲ ਪਾਰਟੀ ਨੂੰ ਦੂਰ ਕਰਾਂਗੇ। ਬਹੁਤ ਧੰਨਵਾਦ। ਆਤਮਾ ਜੀ, ਕਈ ਵਾਰੀ ਅੱਗੇ ਵੀ ਗੱਲਾਂ ਹੋਈਆਂ ਨੇ ਜ਼ਾਹਿਰ ਤੌਰ ਤੇ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਤੇ ਕਈ ਵਾਰੀ ਉਹ ਸਾਰੀਆਂ ਚੀਜ਼ਾਂ ਯਾਦ ਵੀ ਆ ਜਾਂਦੀਆਂ ਨੇ, ਉਹ ਆਪਣੇ ਪੁਰਾਣੀਆਂ ਚੀਜ਼ਾਂ, ਕਿਉਂਕਿ ਤੁਹਾਡੇ ਪਰਿਵਾਰ ਦੇ ਨਾਮ ਵੀ ਇੱਥੇ ਹੀ ਲਿਖੇ ਹੋਏ ਨੇ। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਤੇ ਕੀ ਇਹੋ ਜਿਹੀਆਂ ਯਾਦਾਂ ਨੇ ਉਸ ਦੌਰਾਨ ਦੀਆਂ? ਦੇਖੋ ਜੀ, ਇਸ ਤਰ੍ਹਾਂ ਹੈਗਾ, ਮੈਂ 1984 ਦੇ ਵਿੱਚ ਮੰਗੋਲਪੁਰੀ 'ਚ ਐਫ ਬਲਾਕ 'ਚ ਰਹਿੰਦਾ ਸੀਗਾ ਔਰ 31 ਤਰੀਕ ਨੂੰ ਹੀ ਜਦੋਂ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਗਿਆ ਸੀਗਾ, ਉਹਦਾ ਕਤਲ ਹੋਇਆ, ਤੇ ਉਸ ਟਾਈਮ ਅਗਰ ਲੋਕ ਭੜਕਤੇ ਤੇ 31 ਤਰੀਕ ਨੂੰ ਹੀ ਭੜਕ ਸਕਦੇ ਸੀਗੇ, ਲੇਕਿਨ ਲੋਕਾਂ ਦੇ ਵਿੱਚ ਐਸਾ ਕੋਈ ਚੀਜ਼ ਨਹੀਂ ਸੀਗਾ, ਰਿਸਪੌਂਸ ਨਹੀਂ ਸੀਗਾ ਲੋਕਾਂ ਦੇ ਵਿੱਚ। ਲੇਕਿਨ ਇਹਨਾਂ ਨੇ, ਕਾਂਗਰਸ ਨੇ ਜਾਣ-ਬੂਝ ਕੇ ਇੰਦਰਾ ਗਾਂਧੀ ਦਾ ਸ਼ਵ 3 ਮੂਰਤੀ ਤੇ ਰੱਖਿਆ ਗਿਆ, ਦੂਰਦਰਸ਼ਨ ਤੇ ਦਿਖਾਇਆ ਗਿਆ ਔਰ ਦੂਰਦਰਸ਼ਨ ਦੇ ਉੱਤੇ ਉਹਨਾਂ ਦੇ ਨਾਰੇ ਲਗਾਏ, ਖੂਨ का बदला खून, सिखों ने हमारी माँ को मारा है, एक भी बचना नहीं चाहिए। ਤੁਹਾਡੀ ਉਸ ਵੇਲੇ ਉਮਰ ਕੀ ਸੀ ਆਤਮਾ ਜੀ? मेरी उस टाइम 27-28 साल ਦੀ ਉਮਰ ਸੀਗੀ ਔਰ ਮੈਂ ਤੁਸੀਂ ਕਿ ਉਸ ਟਾਈਮ ਮੰਗੋਲਪੁਰੀ 'ਚ ਹੈਗੇ ਸੀ, ਉਸ ਇਲਾਕੇ 'ਚ ਵੀ ਖੂਬ ਦੰਗੇ ਹੋਏ? ਖੂਬ ਹੋਏ ਸਾਡੇ। ਮੈਂ ਤੁਹਾਨੂੰ ਦੱਸਾਂ, ਮੰਗੋਲਪੁਰੀ ਔਰ ਸੁਲਤਾਨਪੁਰੀ ਚੋਂ 650 ਲੋਕਾਂ ਦਾ ਕਤਲ ਹੋਇਆ ਔਨ ਰਿਕਾਰਡ। ਪਰਿਵਾਰ ਦੇ ਨਾਂ ਕਿੱਥੇ ਲਿਖੇ ਆ, ਹੈ ਕੁਝ ਪਤਾ ਤੁਹਾਨੂੰ? ਸਾਰੇ ਰਹਿ ਆ ਜਿਹੜੇ ਆ ਪਰਿਵਾਰ ਦੇ ਨਾਮ ਨੇ, ਇਹ ਸਾਰੇ ਕੁੰਦਨ ਸਿੰਘ ਸਾਡੇ, ਆਹ ਵਾਲੇ। ਦਲੀਪ ਸਿੰਘ, ਇਹ ਸਾਰੇ, ਇਹ ਦੇਖੋ ਜੀ, ਇਹ ਕੁੰਦਨ ਸਿੰਘ, ਇਹ ਵੀ ਕੁੰਦਨ ਸਿੰਘ, ਇਹ ਦਲੀਪ ਸਿੰਘ, ਇਹਨਾਂ ਦਾ ਚਾਚਾ ਹੈਗਾ, ਸਾਡੇ ਰਿਸ਼ਤੇਦਾਰ ਸਾਰੇ, ਇਹ ਸਾਰੇ 32 ਬਲਾਕ ਦੇ ਸਾਰੇ ਹੀ ਮਤਲਬ ਭਾਈ ਰਿਸ਼ਤੇਦਾਰਾਂ ਤੁਹਾਡੇ ਦੇ। ਕੇਸ ਕਤਲ ਕਰਨੇ ਕਹੇ ਘਰਦਿਆਂ ਨੂੰ ਜਾਨ ਬਚਾਉਣ ਲਈ? हाँ जी, मेरा पूरा परिवार 84 ਚ ਮਾਰਿਆ ਗਿਆ ਸੀ। ਮੇਰੇ ਪਿਤਾ ਜੀ, ਮੇਰੇ 2 ਚਾਚਾ ਜੀ, ਮੇਰੇ ਫੂਫਾ ਜੀ, ਤੇ ਮੈਨੂੰ ਵੀ ਫੱਟਾਂ ਲੱਗੀਆਂ ਸੀ, ਤਾਂ ਹੀ ਮੈਨੂੰ ਵਾਲ ਕਟਾਣੇ ਪਏ। ਤੇ ਜਿਹੜਾ ਮੈਨੂੰ ਮੁਆਵਜ਼ਾ ਵੀ ਸਰਕਾਰ ਕੋਲੋਂ ਮਿਲਿਆ, ਹੈਡ ਇੰਜਰੀ ਹੋਈ ਸੀ ਮੈਨੂੰ, ਤੇ ਮੈਂ ਅੱਜ ਵੀ ਪੱਗ ਨਹੀਂ ਬੰਨ ਸਕਦਾ। ਮਤਲਬ ਸਿਰ 'ਚ ਸੱਟ ਕਰਕੇ ਪੱਗ ਨਹੀਂ, ਦਸਤਾਰ ਨਹੀਂ ਤੁਸੀਂ ਸਜਾ ਸਕਦੇ? ਨਹੀਂ ਸਜਾ ਸਕਦਾ, ਕਿਉਂਕਿ ਮੈਨੂੰ ਉਹ ਚੱਕਰ ਆਉਂਦੇ ਨਹੀਂ ਤੇ ਉਹਦੇ ਨਾਲ ਮੈਨੂੰ ਪ੍ਰੋਬਲਮ ਹੁੰਦੀ ਹੈ। ਜਦੋਂ 31 ਅਕਤੂਬਰ ਆਉਂਦੀ ਹੈ ਤਾਂ ਸਾਰੀ ਸਟੋਰੀ, ਉਹ ਸਾਰੀ ਰੀਲ ਫਿਰ ਅੱਖਾਂ ਸਾਹਮਣੇ ਘੁੰਮਦੀ? ਬਿਲਕੁਲ ਜੀ। ਇਹ ਕੱਲ ਦੀ ਗੱਲ ਹੈਗੀ, ਮੈਂ ਅੱਜ ਦੀ ਪੀੜ੍ਹੀ ਨੂੰ ਦੱਸ ਰਿਹਾ ਸੀ ਆਪਣੀ ਕਹਾਣੀ, ਤੇ ਉਹ ਸੁਣ ਕੇ ਹੀ ਨਾ, ਉਹ ਕਹਿਣ ਲੱਗੇ, ਕਹਿੰਦਾ ਸਾਡੇ ਤੋਂ ਸੁਣ ਕੇ ਹੀ ਇਹ ਹਾਲ ਹੈ, ਤਾਂ ਤੁਹਾਡੇ ਨਾਲ ਕੀ ਹੋਇਆ ਹੋਏਗਾ? ਉਹ ਸਾਡੇ ਨਾਲ ਬਹੁਤ ਬੁਰਾ ਹੋਇਆ ਹੈ। ਇਮੋਸ਼ਨਲ ਹੋ ਰਹੇ ਹੋ, ਬਿਲਕੁਲ ਸਮਝਿਆ ਜਾ ਸਕਦਾ, ਗਲਾ ਵੀ ਭਰ ਗਿਆ ਤੁਹਾਡਾ ਦੱਸਦੇ ਹੋਇਆ। ਯਾਦ ਹੈ ਕੁਝ ਪਰਿਵਾਰ ਦੀ? ਪੂਰੀ ਯਾਦ ਹੈ ਜੀ। ਜਦੋਂ ਮੇਰੇ ਪਿਤਾ ਜੀ ਜਵਾਨ ਹੀ ਸੀ, ਉਸ ਟਾਈਮ ਕੋਈ ਉਮਰ ਨਹੀਂ ਸੀ ਉਹਨਾਂ ਦੀ ਮਰਨ ਦੀ, ਤੇ ਬੜੇ ਬੁਰੀ ਤਰੀਕੇ ਨਾਲ ਉਹਨਾਂ ਨੂੰ ਮਾਰਿਆ ਗਿਆ ਹੈ, ਗਲਾਂ 'ਚ ਟੇਰ ਪਾ ਕੇ, ਤੇ ਉਹਨਾਂ ਦੀ ਸਰੀਰ ਦੇ ਅੰਗ ਵੀ ਭੰਗ ਕੀਤੇ ਗਏ ਨੇ, ਬਹੁਤਾਂ ਦੇ, ਮਾਤਾਵਾਂ ਭੈਣਾਂ ਦੀਆਂ ਜਿੱਤਾਂ ਲੁੱਟੀਆਂ ਗਈਆਂ। ਤੇ ਉਹ ਮੰਜ਼ਰ ਜਦੋਂ ਯਾਦ ਆਉਂਦਾ ਹੈ ਨਾ, ਤਾਂ ਸੋਚਦੇ ਹਾਂ ਐਸਾ ਤਾਂ ਹੋ ਹੀ ਨਹੀਂ ਸਕਦਾ ਕਦੀ, ਕਿ ਇਸ ਦੇਸ਼ ਵਿੱਚ ਨਹੀਂ, ਪੂਰੇ ਵਰਲਡ ਵਿੱਚ ਵੀ ਇਹੋ ਜਿਹਾ ਕਾਂਡ ਅੱਜ ਤੱਕ ਨਾ ਹੋਇਆ ਹੈ। ਔਰ ਇਹ ਕਾਂਗਰਸ ਸਰਕਾਰ ਨੇ ਕਰਵਾਇਆ। ਰਾਜੀਵ गांधी ਨੇ ਖੜੇ ਹੋ ਕੇ, ਪੁਲਿਸ ਨੇ, FCP DCP ਜਿੰਨੇ ਵੀ ਸੀ, ਉਹਨਾਂ ਨੇ ਖੜੇ ਹੋ ਕੇ ਮਰਵਾਇਆ ਸਾਨੂੰ। ਇਹ ਅੱਖਾਂ ਨਮ ਹੋ ਗਈਆਂ, ਇਹ ਦੱਸ ਰਹੇ ਸੀ ਤੇ ਇੱਥੇ ਅੱਖਾਂ ਨਮ ਹੋ ਗਈਆਂ। 84 ਵਿੱਚ ਜਿਹੜਾ ਹੋਇਆ ਸਾਡੇ ਨਾਲ, ਬਹੁਤ ਹੀ ਮਾੜਾ ਹੋਇਆਗਾ, ਬਹੁਤ ਜ਼ਿਆਦਾ। ਉੱਥੇ ਬੰਦੇ ਮਾਰੇ ਜਾ ਰਹੇ ਸੀ, ਉੱਥੇ ਬੀਬੀਆਂ ਦੀ ਵਿੱਚ ਤਾਂ ਲੁੱਟੀ ਜਾ ਰਹੀ ਸੀ, ਉਹਨਾਂ ਦੇ ਸਾਹਮਣੇ ਹੀ ਇੰਨਾ ਕੁਛ ਹੋਇਆ। ਲਾਸ਼ਾਂ ਦੀ, ਢੇਰਾਂ ਦੀ ਢੇਰ, ਤੇ ਤਾਰਾਂ ਕੱਢ ਦਿੱਤੀਆਂ, ਕਰੰਟਾਂ ਦੀ ਤਾਰਾਂ ਸੁੱਟੀਆਂ ਹੋਈਆਂ। ਹੈਡ ਪੰਪ ਸੀ, ਉਹ ਪਾਣੀ ਵੀ ਵਿਚਾਰੇ ਵਾਸਤੇ ਪਿਲਾਉਣ ਵਾਸਤੇ ਜੋਗਾ ਨਹੀਂ ਸੀ, ਬਈ ਅਸੀਂ ਪਾਣੀ ਉਹਨਾਂ ਨੂੰ, ਮਰਦਿਆਂ ਨੂੰ ਪਾਣੀ ਪਿਆਈਏ। ਇੰਨਾ ਮਤਲਬ ਸਾਡੇ ਨਾਲ ਹੋਇਆ ਹੈਗਾ। ਮੇਰੇ ਘਰ ਦੇ 11 ਜੀਵ ਗਏ ਨੇ ਇਸ ਦੰਗੇ ਵਿੱਚ। ਜਦੋਂ ਇਹ ਦਿਨ ਜਵਾਨ ਭਰਾ ਸੀਗੇ, 4 ਤਾਂ ਮੇਰੇ ਭਰਾ ਹੀ ਮਾਰੇ ਗਏ ਇਸ ਦੰਗੇ ਵਿੱਚ। ਘਰਵਾਲਾ, ਭਤੀਜੀ ਦੇ ਘਰਵਾਲਾ, ਭਤੀਜਾ, ਭੈਣਾਂ ਦੇ ਘਰ ਵਾਲੇ, 11 ਜੀਵ ਗਏ ਨੇ ਸਾਡੇ। ਜਦੋਂ ਇਹ ਦਿਨ ਆਉਂਦਾ ਤੇ ਫਿਰ ਮਾਤਾ ਜੀ ਜ਼ਾਹਿਰ ਤੌਰ ਤੇ ਬੜਾ ਦੁੱਖ ਆਇਆ 4 ਦਿਨਾਂ ਦਾ। ਸਾਨੂੰ ਤਾਂ ਇਹ ਲੱਗਦਾ ਹੈ ਕਿ ਵੀ ਹੁਣ ਹੋਇਆ ਹੈਗਾ ਸਾਡੇ ਨਾਲ 84, ਹੁਣ ਹੋਈ ਹੈਗੀ। ਅਸੀਂ ਭੁੱਲ ਨਹੀਂ ਸਕਦੇ ਕਿ 84 ਨੂੰ, ਇਹ ਨਹੀਂ ਭੁੱਲ ਸਕਦੇ ਕਿ ਕਾਂਗਰਸ ਨੇ ਸਾਡੇ ਨਾਲ ਬਹੁਤ ਹੀ ਮਤਲਬ ਮਾੜਾ ਕੀਤਾ ਹੈਗਾ। ਅਸੀਂ ਤਾਂ ਗਰੀਬ ਬੰਦੇ ਸੀਗੇ, ਉਹ ਤਾਜ਼ਾ ਕਮਾਉਂਦੇ ਸੀ, ਤਾਜ਼ਾ ਖਾਂਦੇ ਸੀ, ਸਾਡੇ ਨਾਲ ਤਾਂ ਬਹੁਤ ਹੀ ਮਾੜਾ ਹੋਇਆ ਹੈਗਾ। ਐਵੇਂ ਜੀ ਲਾਸ਼ਾਂ ਪਈਆਂ ਸੀ, ਅੱਗ ਜਲ ਰਹੀ ਸੀ, ਟਾਇਰ ਪਏ ਸੀ, ਚੀਕਾਂ ਮਾਰ ਰਹੇ। ਪੈਟਰੋਲ ਕਿੱਥੋਂ ਆ ਗਿਆ, ਵਾਈਟ ਪਾਊਡਰ ਕਿੱਥੋਂ ਆ ਗਿਆ,
ਹੁਣ ਤੇ ਸਾਰੇ ਬੰਦ ਹੋ ਗਏ, ਨਹੀਂ ਤਾਂ ਤੇਲ ਵੀ ਨਹੀਂ ਸੀ ਗਿਆ, ਹੁਣ ਤੇਲ ਵੀ ਆ ਗਿਆ ਇਹਨਾਂ ਦੇ ਵਾਸਤੇ। ਜੋ ਕੁਝ ਕਰਾਇਆ ਸ਼ਕਲ ਭਗਤ ਨੇ ਕਰਵਾਇਆ ਸਾਡੀ ਕਲੋਨੀ ਦਾ ਸੀਗਾ। ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਸੱਜਣ ਕੁਮਾਰ, ਜਗਦੀਸ਼ ਟੈਟਰ, ਕਮਲਨਾਥ, ਇਹਨਾਂ ਨੂੰ ਤਾਂ ਫਾਂਸੀ ਲੱਗਣੀ ਚਾਹੀਦੀ ਕਿ ਤਾਂ ਸਾਨੂੰ ਠੰਡਕ ਪਹੁੰਚੇਗੀ ਕਿ ਸਾਨੂੰ ਸਰਕਾਰ ਨੇ ਇਨਸਾਫ ਦਿੱਤਾਗਾ। ਲਗਭਗ 38 ਸਾਲ ਹੋ ਗਏ। 38 ਸਾਲਾਂ 'ਚ ਜਦੋਂ ਵੀ ਇਹ ਦਿਨ ਆਉਂਦਾ ਹੈ, ਮੈਂ ਇਹ ਕਹਾਂ ਕਿ ਰੋਜ਼ ਜ਼ਿੰਦਗੀ ਦਾ ਇੱਕ ਦਿਨ ਜਦੋਂ ਲੰਘਦਾ, ਉਹ ਦਰਦ ਉੱਥੇ ਦਾ ਉੱਥੇ ਹੀ ਹੈ। ਉੱਥੇ ਦਾ ਉੱਥੇ ਹੀ ਹੈਗਾ। ਕਦੋਂ ਸਾਡਾ ਮੁੱਕਣਾ ਹੈਗਾ? ਦਰਦ ਤਾਂ ਮੁੱਕੇਗਾ ਜਦੋਂ ਇਹਨਾਂ ਨੂੰ ਫਾਂਸੀ ਲੱਗੇਗੀ। ਅਸੀਂ ਕਹਾਂਗੇ ਖੂਨ ਦਾ ਬਦਲਾ ਖੂਨ ਹੈਗਾ, ਇਹਨਾਂ ਨੂੰ ਫਾਂਸੀ ਲੱਗੇ, ਸਾਨੂੰ ਇਨਸਾਫ ਮਿਲ ਜਾਏਗਾ। ਇੱਕ ਸੱਜਣ ਕੁਮਾਰ ਨੂੰ ਬੰਦ ਕਰਕੇ ਕੋਈ ਸਾਨੂੰ ਇਨਸਾਫ ਥੋੜੀ ਮਿਲ ਗਿਆ। ਟੱਬਰ ਦਾ ਟੱਬਰ ਚਲਾ ਗਿਆ, ਇੱਕ ਇੱਕ ਘਰ ਦੇ 10-10 ਜਣੇ ਚਲੇ ਗਏ, ਮਾਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ, ਘਰ ਸਾੜ ਦਿੱਤੇ, ਘਰੋਂ ਬੇਘਰ ਕਰ ਦਿੱਤਾ। 3 ਦਿਨ 3 ਰਾਤਾਂ ਇਹੀ ਚੀਕਾਂ ਸੁਣ ਰਹੇ ਸੀ, ਬਚਾਓ ਬਚਾਓ ਬਚਾਓ। ਮਾਰਨ ਵਾਲੇ ਕਹਿੰਦੇ ਸੀ ਮਾਰੋ ਮਾਰੋ, ਉਹ ਆ ਗਿਆ, ਮਾਰੋ, ਪਕੜੋ ਪਕੜੋ। ਗਲਿਆਂ ਦੇ ਵਿੱਚ ਟੇਰ ਪਾ ਰਹੇ ਸੀ, ਪੈਟਰੋਲ ਪਾ ਰਹੇ ਸੀ, ਤਿੱਲੀ ਲਗਾ ਰਹੇ ਸੀ। ਜਿਵੇਂ ਉਹ ਤੜਪਦੇ ਸੀ, ਪਾਣੀ ਮੰਗਦੇ ਸੀ, ਹੋਰ ਪੈਟਰੋਲ ਪਾ ਦਿੰਦੇ ਸੀ, ਲੈ ਕੇ ਇਹਲੇ ਪਾਣੀ, ਉਹਦੇ ਉੱਤੇ ਹੋਰ ਪੈਟਰੋਲ ਪਾਣਾ। ਉਹ ਰੋਵੇ, ਤੜਪੇ, ਚਿੱਲਾਵੇ। ਫਿਰ ਅੱਗੋਂ ਕਹਿੰਦੇ ਸੀ ਦੇਖ ਕਿਸ ਤਰ੍ਹਾਂ ਡਾਂਸ ਕਰ ਰਿਹਾ ਹੈ। ਐਵੇਂ ਤੜਪ ਰਹੇ ਸੀ ਵਿਚਾਰੇ ਪਾਣੀ ਦੇ ਵਾਸਤੇ। ਨਸ਼ੇ ਦਾ ਢੇਰ ਲੱਗਿਆ ਪਿਆ, ਐਵੇਂ ਚਰਬੀ ਪਿਘਲੀ ਪਈ ਉਹਨਾਂ ਦੀ, ਖੂਨ ਦੇ ਨਾਲ ਲੱਥਪੱਥ ਹੋਏ ਪਏ, ਤੜਪ ਰਹੇ ਜਵਾਨ। ਕੋਈ ਬਚਾਉਣ ਵਾਲਾ ਨਹੀਂ ਆਇਆ, ਸਾਰੇ ਮਾਰਨ ਵਾਲੇ ਹੀ। ਦੇਖੋ ਇਧਰੋਂ 200 ਬੰਦਾ ਆ ਰਿਹਾ, ਦੇਖੋ ਉਧਰੋਂ 500 ਬੰਦਾ ਆ ਰਿਹਾ ਹੈ। ਸਾਰਿਆਂ ਦੇ ਹੱਥਾਂ ਦੇ ਵਿੱਚ ਹਥਿਆਰ ਹੈਗੇ ਸੀ, ਅੱਗ ਦੇ ਮਸ਼ਾਲ ਹੈਗੇ ਸੀ, ਘਰਾਂ ਦੇ ਵਿੱਚ ਅੱਗ ਲਾ ਰਹੇ ਹੈਗੇ। ਕੋਈ ਪਤਾ ਨਹੀਂ भाई आए कोई इंसान हैगा या और कुछ हैगा, बस पेट्रोल पाना तिली लगानी, पेट्रोल पाना तिली लगानी। बेचारा तड़प रहा है, गलियां दे विच टेर पै रहे ने, ओदी मां चिल्ला रही है बेटा ना मारो, मेरा एक ही बेटा बचा है, ओनू भी गाला कट के ओनू भी परे पहुंचा देना, तुम्हारा एक भी बच्चा नहीं बचाएंगे, ये सांप के बच्चे सपोले बड़े होके हमें डसेंगे, तुम्हें दिल्ली में रहने का अधिकार नहीं है, तुम चले जाओ दिल्ली छोड़ के। ऐसा हमने कौन सा गुनाह करा था, हमारे को घरों से बेघर कर दिया, परिवार का परिवार तबाह कर दिया, कुछ भी नहीं बचाया। 3 दिन 3 रातें तड़पते रहे, रोते चिल्लाते रहे, कोई बैठने भी नहीं देता था। छोटे छोटे बच्चे थे गोदियों में, मैं 15 साल की थी उस टाइम। सारा अपनी आंखों के सामने देखा है, कैसे तड़प रहे थे बेचारे, कैसे जल रहे थे, ऐसे चर्बी पिघली पड़ी उनकी लाशों के ऊपर हम पैर रख के कॉलोनी से बाहर निकाल दिया। हमारे को कहीं भी नहीं बैठने दे रहे थे। 3 दिन 3 रातें यही सब कुछ देखने को मिला। कभी उस गली में भाग रहे थे, कभी उस गली में भाग रहे थे, बचाने वाला कोई नहीं आया। ये जो कुछ करवाया है पुलिस ने करवाया है, सरकार ने करवाया है, कांग्रेस ने करवाया है। कांग्रेस ही हमारे सिखों की दोषी है, उन्होंने ही हमारे को घरों से बेघर करा है। ਇਹ ਉਹ ਪਰਿਵਾਰ ਜਿਨ੍ਹਾਂ ਨੇ ਇਸ ਪੂਰੀ ਤਰਾਸਦੀ ਨੂੰ ਹੰਡਾਇਆ, ਇਸ ਕਤਲੇਆਮ ਨੂੰ ਹੰਡਾਇਆ, ਉਸ ਤੋਂ ਅੰਦਾਜ਼ਾ ਲਗਾਓ ਕਿ ਆ ਤੁਸੀਂ ਨਾਮ ਦੇਖੋ ਤੇ ਸਿਰਫ ਇੱਥੇ ਨਾਮ ਜਿਹੜੇ ਨੇ ਦਿੱਲੀ ਦੇ ਨਹੀਂ ਹੈਗੇ, ਆ ਲੁਧਿਆਣਾ, ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ, ਮੋਗਾ, ਪਟਿਆਲਾ, ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸੇ, ਗੜਵਾਲ, ਗਾਜ਼ੀਆਬਾਦ, ਬਿਜਨੌਰ, ਆ ਯੂਪੀ ਦੇ ਨੇ ਸੰਗਰੂਰ, ਕਾਨਪੁਰ, ਇਹ ਪੂਰੇ ਇੱਥੇ ਜਿਹੜੇ ਨਾਂ ਨੇ ਉਹਨਾਂ ਲੋਕਾਂ ਦੇ ਲਿਖੇ ਗਏ ਜਿਨ੍ਹਾਂ ਨੂੰ ਇਸ ਕਤਲੇਆਮ 'ਚ ਕਤਲ ਕਰ ਦਿੱਤਾ ਗਿਆ। ਸਿਰਫ ਆਮ ਸਿੱਖ ਨਹੀਂ ਮਾਰਿਆ ਗਿਆ, ਉਹ ਸਿੱਖ ਵੀ ਮਾਰਿਆ ਗਿਆ ਜਿਹੜਾ ਦੇਸ਼ ਦੀ ਸੇਵਾ ਕਰਦਾ ਸੀ, ਜਿਨ੍ਹਾਂ ਨੂੰ ਅਸੀਂ ਫੌਜੀ ਕਹਿੰਦੇ ਹਾਂ, ਫੌਜੀ ਸਭ ਦੇ ਸਾਂਝੇ ਹੁੰਦੇ ਨੇ, ਤੇ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ। ਗੂੰਜਾ ਸਿੱਖ ਫਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬੀਤੇ ਦਿਨੀ ਕੈਨੇਡੀਅਨ ਕਮਿਸ਼ਨਰ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਵੱਲੋਂ ਕੈਨੇਡੀਅਨ ਹਾਈ ਕਮਿਸ਼ਨਰ ਦਾ ਸਵਾਗਤ ਵੀ ਕੀਤਾ ਗਿਆ। ਕੈਮਰਨ ਮੈਕਿਨ ਜੀ ਜਿਹੜੇ ਹਾਈ ਕਮਿਸ਼ਨਰ ਨੇ, ਅਸੀਂ ਉਹਨਾਂ ਦਾ ਧੰਨਵਾਦ ਵੀ ਕੀਤਾ, ਜੀ ਆਇਆਂ ਕੀਤਾ। ਗੁਰਦੁਆਰਾ ਸਾਹਿਬ ਵਿੱਚ ਆਉਣ ਦਾ ਜੀ ਆਇਆ ਔਰ ਧੰਨਵਾਦ ਇਸ ਕਰਕੇ ਕਿਉਂਕਿ ਸਾਡੀ ਕਮਿਊਨਿਟੀ ਦਾ ਬਹੁਤ ਵੱਡੀ ਗਿਣਤੀ ਦੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਸੰਭਾਲਿਆ, ਭਾਵੇਂ ਉਹ ਇੱਥੋਂ ਬਿਨਾਂ ਕੰਮਾਂ ਦੇ ਲੋਕ ਜਿਹੜੇ ਗਏ ਨੇ, ਉਹਨਾਂ ਨੂੰ ਜਿਸ ਤਰੀਕੇ ਨਾਲ ਉੱਥੇ ਰੋਜ਼ਗਾਰ ਮਿਲੇ ਨੇ, ਕੰਮ ਮਿਲੇ ਨੇ, ਪੜ੍ਹਾਈ ਮਿਲ ਰਹੀ ਹੈ ਔਰ ਅੱਜ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਅੱਜ ਕੈਨੇਡਾ ਦੇ ਵਿੱਚ ਵਸਦਾ ਔਰ ਇਹਨਾਂ ਦੀ ਸਾਰੀ ਇਹਨਾਂ ਦੀ ਗਵਰਨਮੈਂਟ ਦਾ ਅਸੀਂ ਧੰਨਵਾਦ ਕਰਦੇ ਹਾਂ
ਔਰ ਇੱਕ ਅੱਜ ਪੰਜਾਬ ਦੇ ਨਾਲ ਔਰ ਹਿੰਦੁਸਤਾਨ ਦੇ ਨਾਲ ਪੰਜਾਬੀਆਂ ਦੇ ਨਾਲ ਮੈਂ ਕਹਿ ਸਕਦਾ ਪਾਰਟ ਐਂਡ ਪਾਰਸਲ ਹੈ ਇਹਨਾਂ ਦੀ ਗਵਰਨਮੈਂਟ। ਸੋ ਇਹਨਾਂ ਦਾ ਸਾਡਾ ਫਰਜ਼ ਬਣਦਾ ਸੀ ਕਿ ਇਹਨਾਂ ਦੇ ਆ ਕੇ ਅਸੀਂ ਇਹਨਾਂ ਨੂੰ ਸਤਿਕਾਰ ਕਰੀਏ ਔਰ ਦਸੀਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜੀਆਂ ਫਲਸਫੇ ਨੇ ਉਹਨਾਂ ਦੇ ਬਾਰੇ ਇਹਨਾਂ ਨੂੰ ਦੱਸ ਸਕੀਏ। ਉਹਨਾਂ ਦੇ ਇਸ ਸਥਾਨ ਤੇ ਗੁਰੂ ਬਾਲਾ ਪ੍ਰੀਤਮ ਦੇ ਜਿਹੜੇ ਇੱਥੇ ਪਹੁੰਚੇ ਨੇ ਕਿਹੜੀਆਂ ਸੇਵਾਵਾਂ ਚੱਲ ਰਹੀਆਂ, ਗੁਰੂ ਇਤਿਹਾਸ ਦੇ ਬਾਰੇ ਇਹਨਾਂ ਨੂੰ ਜਾਣੂ ਕਰਾਇਆ। ਕਈ ਚੀਜ਼ਾਂ ਇਹਨਾਂ ਨੂੰ ਜਿਹੜੀਆਂ ਨਹੀਂ ਪਤਾ ਸੀ ਅੱਜ ਦੇਖ ਕੇ ਕਮਿਊਨਿਟੀ ਦੀ ਸੇਵਾ ਨੂੰ ਦੇਖਦੇ ਹੋਏ ਇਹਨਾਂ ਨੇ ਵੀ ਉਹਨੂੰ ਪ੍ਰੇਜ਼ ਕੀਤਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇਹੋ ਜਿਹੇ ਲੋਕ ਜਿਸ ਵਕਤ ਆਉਂਦੇ ਨੇ ਤੇ ਬੜੇ ਅੱਛੇ ਸੁਖਾਵੇ ਇੱਕ ਰਿਲੇਸ਼ਨਸ ਬਣਦੇ ਨੇ ਕੰਟਰੀਜ਼ ਦੇ ਨਾਲ। ਔਰ ਇਹਨਾਂ ਨੇ ਅੱਜ ਆ ਕੇ ਇੱਥੇ ਜਿਸ ਤਰੀਕੇ ਨਾਲ ਟਾਈਮ ਦਿੱਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ। ਕੈਨੇਡੀਅਨ ਹਾਈ ਕਮਿਸ਼ਨਰ ਮਿਸਟਰ ਕੈਮਰਨ ਮੈਕਰੇ ਜੋ ਕਿ ਇੱਥੇ ਅੱਜ ਸਾਡੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਏ ਆ, ਅਸੀਂ ਉਹਨਾਂ ਨੂੰ ਜੀ ਆਇਆਂ ਕਿਹਾ। ਸਾਡੀ ਸਾਰੀ ਟੀਮ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕੀਤਾ ਹੈ, ਕਿਉਂਕਿ ਸਾਡੀ ਸਿੱਖ ਕਮਿਊਨਿਟੀ ਜਿਹੜੀ ਆ ਉਹ ਕੈਨੇਡਾ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਕੰਟਰੀਬਿਊਸ਼ਨ ਹੈ ਔਰ ਉੱਥੋਂ ਦੀ ਸਰਕਾਰ ਨੇ ਹਮੇਸ਼ਾ ਹੀ ਸਿੱਖਾਂ ਨੂੰ ਮਾਣ ਦਿੱਤਾ ਹੈ। ਵੱਡੀ ਗਿਣਤੀ ਦੇ ਵਿੱਚ ਉੱਥੇ ਸਾਡੇ ਐਮਐਲਏ ਐਮਪੀਜ਼ ਵੀ ਨੇ, ਮਿਨਿਸਟਰ ਵੀ ਆ ਜਿਹੜੇ ਉੱਥੇ ਕੈਨੇਡੀਅਨ ਗਵਰਨਮੈਂਟ ਦੇ ਵਿੱਚ। ਸੋ ਅੱਜ ਕਿਉਂਕਿ ਸਾਡਾ ਸਿੱਖ ਕਮਿਊਨਿਟੀ ਦਾ ਕੈਨੇਡਾ ਦੇ ਨਾਲ ਬਹੁਤ ਇੱਕ ਮੈਂ ਸਮਝਦਾ ਗੂੜਾ ਸੰਬੰਧ ਹੈ। ਸੋ ਵੈਸੇ ਅਸੀਂ ਜੋ ਕੋਈ ਵੀ ਡੈਲੀਗੇਸ਼ਨ ਕਿਸੇ ਵੀ ਕੰਟਰੀ ਤੋਂ ਸਾਡੇ ਇੱਥੇ ਵਿਜ਼ਿਟ ਕਰਦਾ ਹੈ ਅਸੀਂ ਉਹਨਾਂ ਨੂੰ ਸਨਮਾਨ ਦਿੰਦੇ ਹਾਂ, ਪਰ ਇਹਨਾਂ ਨੂੰ ਵਿਸ਼ੇਸ਼ ਕਰਕੇ ਸਾਡਾ ਕਿਉਂਕਿ ਸੰਬੰਧ ਹੈ, ਬਹੁਤ ਸਾਡੀ ਵੱਡੀ ਗਿਣਤੀ ਦੇ ਵਿੱਚ ਵਸੋਂ ਉੱਥੇ ਵਸਦੀ ਆ, ਸੋ ਅਸੀਂ ਇਹਨਾਂ ਨੂੰ ਅੱਜ ਜੀ ਆਇਆਂ ਕਹਿੰਦੇ ਹਾਂ। I'm very happy to be at the Gurdwara this morning. And as you know, Canada loves people of all faiths. So Sikh people and people of all faiths from India make a very important contribution to Canadian society. ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।